रहमान रहीम ਮੁਹੰਮਦ ਸਰਫਰਾਜ਼ ਜੀ ਇਸ ਵੇਲੇ ਗੱਲਾ ਮੰਡੀ ਰਹੀਮ ਯਾਰ ਖਾਨ ਦੇ ਵਿੱਚ ਫੈਸਲ ਚੌਹਾਨ ਸਾਹਿਬ ਦੇ ਕੋਲ ਬੈਠਾ ਜੀ। ਮੇਰੇ ਨਾਲ ਨੇ ਜਨਾਬ ਯਾਸੀਨ ਸਾਹਿਬ ਜ਼ਿਮੀਂਦਾਰ ਨੇ ਚੱਕ 80 ਪੀ ਤੋਂ। ਫੈਸਲ ਸਾਹਿਬ ਜਿਹੜੇ ਆ ਇਹ ਜ਼ਰੀ ਮਾਹਰ ਵੀ ਆ, ਇਹ ਉਹ ਕੰਮ ਕਰਦੇ ਜਿਹੜਾ ਮਹਿਕਮਾ ਜ਼ਰਾਤ ਨੂੰ ਕਰਨਾ ਚਾਹੀਦਾ ਲੇਕਿਨ ਉਹ ਨਹੀਂ ਕਰਦਾ। ਅਤੇ ਕਾਸ਼ਤਕਾਰ ਦੀ ਖੁਸ਼ਕਿਸਮਤੀ ਆ ਜਾਂ ਬਦਕਿਸਮਤੀ ਆ, ਪ੍ਰਾਈਵੇਟ ਸੈਕਟਰ ਤੋਂ ਹੀ ਸਾਨੂੰ ਮਾਲੂਮਾਤ ਲੈਣੀਆਂ ਪੈਂਦੀਆਂ। ਹਕੂਮਤ ਵਾਲੇ ਜਿਹੜੇ ਆ ਨਾ ਜੀ, ਉਹਨਾਂ ਨੂੰ ਸਹੂਲਤਾਂ ਮਿਲੀਆਂ, ਨੌਕਰੀ ਆਪਣੀ ਹਲਾਲ ਨਹੀਂ ਕਰਦੇ। ਮੈਂ ਤਾਂ ਇਹੀ ਕਹਾਂਗਾ। ਫੈਸਲ ਸਾਹਿਬ ਬਹੁਤ ਸ਼ੁਕਰੀਆ ਜੀ, ਤੁਸੀਂ ਟਾਈਮ ਦਿੱਤਾ। ਮਿਹਰਬਾਨੀ। ਅਤੇ ਸਰ ਕਮਾਦ ਦੇ ਬਾਰੇ ਸਾਨੂੰ ਦੱਸੋ ਜੀ, ਮੁਕੰਮਲ ਜ਼ਮੀਨ ਦੀ ਤਿਆਰੀ ਤੋਂ ਲੱਗ ਕੇ ਉਹਦੀ ਬਰਦਾਸ਼ਤ ਤੱਕ। ਕਮਾਦ ਵਿੱਚ ਪਹਿਲੇ ਤਾਂ ਮੈਂ ਜਿਹੜੇ ਅਮੂਮੀ ਮਸਾਇਲ ਨੇ ਨਾ ਫਾਰਮਰ ਦੇ, ਹਾਂਜੀ, ਉਹਨਾਂ ਨੂੰ ਮੈਂ ਹਾਈਲਾਈਟ ਕਰਨਾ ਚਾਹਾਂਗਾ। ਹਾਂਜੀ, ਉਹਦੇ ਬਾਅਦ ਮੈਂ ਉਹਨਾਂ ਨੂੰ ਇਹਦੀ ਮੈਨੇਜਮੈਂਟ ਦੱਸ ਦਿੰਦਾ ਜੀ। ਅਮੂਮੀ ਇਹਦੇ ਮਸਾਇਲ ਦੇ ਵਿੱਚ ਇੱਕ ਸੀਡ ਦੀ ਸਿਲੈਕਸ਼ਨ ਆ ਜੀ। ਜਿਹੜੀ ਵੈਰਾਈਟੀ ਆਊਟ ਆਫ ਵੇ ਹੋ ਗਈ ਆ, ਜ਼ਿਮੀਂਦਾਰ ਨੂੰ ਫਾਇਦਾ ਨਹੀਂ ਦੇ ਰਹੀ, ਉਹਦੇ ਕੋਲੋਂ ਕਮ ਸੇ ਕਮ ਜ਼ਿਮੀਂਦਾਰ ਹਟ ਜਾਣ, ਉਹਨੂੰ ਲਾਣਾ ਛੱਡ ਦੇਣ। ਅੱਛਾ ਜੀ। ਉਹਦੇ ਮੁਤਬਾਦਲ ਜਿਹੜੀਆਂ ਵੈਰਾਈਟੀਆਂ ਕੋਈ ਬਿਹਤਰ ਯੀਲਡ ਦੇ ਰਹੀਆਂ ਨੇ ਜਾਂ ਬਿਮਾਰੀਆਂ ਦੇ ਖਿਲਾਫ ਮੁਦਾਫੀਅਤ ਰੱਖਦੀਆਂ ਨੇ, ਹਾਂਜੀ, ਉਹਨਾਂ ਦੀ ਕਾਸ਼ਤਕਾਰੀ ਨੂੰ ਪ੍ਰਮੋਟ ਕਰਨ ਜੀ। ਔਰ ਦੂਸਰਾ ਇਹਦੀ ਕਾਸ਼ਤਕਾਰੀ ਜਿਹੜੀ ਹੈ ਕਮਾਦ ਦੀ, ਉਹ ਇੱਕ ਖਾਸ ਹੱਦ ਦੇ ਵਿੱਚ ਰੱਖਣ ਤਾਂ ਕਿ ਸ਼ੂਗਰ ਮਿੱਲਾਂ ਦੇ ਨਾਲ ਆਉਣ ਵਾਲੇ ਮਸਾਇਲ ਪਰਮਿਟ ਵਗੈਰਾ ਉਹ ਔਰ ਪੇਮੈਂਟਾਂ ਦੇ ਮਸਾਇਲ ਪਿਛਲੇ 3-4 ਸਾਲ ਭੁਗਤ ਚੁੱਕੇ ਫਾਰਮਰ, ਜੀ, ਤਾਂ ਕਿ ਉਹਦਾ ਜਿਹੜਾ ਹੈ ਸਾਰੇ ਕਿਸਾਨ ਡਿਸਟਰਬ ਨਾ ਹੋਣ ਪੂਰੇ ਪਾਕਿਸਤਾਨ ਦੇ। ਜੀ। ਤੀਸਰਾ ਇਹਦੇ ਵਿੱਚ ਰੂਟ ਬੋਰਰ ਦਾ ਪਿਛਲੇ 2-3 ਸਾਲ ਤੋਂ ਜ਼ਿਆਦਾ ਪ੍ਰੋਬਲਮ ਹੈ। ਅਮੂਮੀ ਅਕਸਰੀਅਤੀ 2 ਤੋਂ 3 ਦਫਾ ਵੀ ਲੋਕਾਂ ਨੇ ਦਾਣੇਦਾਰ ਜ਼ਹਿਰਾਂ ਜਾਂ ਲਿਕੁਇਡ ਫਾਰਮ ਦੀਆਂ ਜ਼ਹਿਰਾਂ ਫਲੱਡ ਕੀਤੀਆਂ ਨੇ ਜੀ, ਔਰ ਬਮੁਸ਼ਕਿਲ ਉਹਦੇ ਨਾਲ ਉਹਨਾਂ ਦਾ ਕੰਟਰੋਲ ਹੋਇਆ। ਔਰ 30 ਤੋਂ 40% ਕਰਾਪ ਜਾਂ ਉਹਨਾਂ ਦੇ ਮਦਰ ਸ਼ੂਟਸ ਉਹ ਕੀੜੇ ਮਕੌੜੇ ਖਾ ਗਏ, ਯਾਨੀ 40% ਉਹਨਾਂ ਦੀ ਕਰਾਪ ਇਨੀਸ਼ੀਅਲ ਸਟੇਜ 'ਤੇ ਡਿਸਟਰਬ ਹੋ ਗਈ ਜੀ। ਉਹਦੇ ਟਿਲਰਸ ਘਟ ਗਏ, ਉਹਦੀ ਤਾਦਾਦ ਘਟ ਗਈ, ਪੌਦਿਆਂ ਦੀ ਤਾਦਾਦ ਘਟ ਗਈ ਜੀ। ਔਰ ਖਰਚਾ ਵੱਧ ਗਿਆ 3 ਦਫਾ ਜ਼ਹਿਰ ਪਾਉਣ ਦੇ ਨਾਲ। ਜੀ। ਫਿਰ ਇਹਦੇ ਵਿੱਚ ਸਡਨ ਡੈਥ ਦੀ ਇੱਕ ਕਾਜ਼ ਬਿਮਾਰੀ ਹੈ ਜਿਹੜੀ ਕਿ 6ਵੇਂ 7ਵੇਂ 8ਵੇਂ ਮਹੀਨੇ ਸ਼ੁਰੂ ਹੁੰਦੀ ਹੈ। ਖੜਾ ਕਮਾਦ ਤਿਆਰ ਹੁੰਦਾ 7-8 ਫੁੱਟ ਦੀ ਸਟਿਕ ਹੁੰਦੀ ਹੈ, ਖੜੇ ਗੰਨੇ ਸੁੱਕ ਜਾਂਦੇ ਆ। ਹਾਂਜੀ। ਔਰ ਦਰਮਿਆਨੀ ਦੇ ਵਿੱਚ ਇਹਦੀ ਰੈੱਡ ਰੌਡ ਦਾ ਪ੍ਰੋਬਲਮ ਹੈ ਔਰ ਸ਼ੂਟ ਫਲਾਈ ਦਾ ਪ੍ਰੋਬਲਮ ਹੈ ਜੀ। ਔਰ ਕੁਝ ਥੋੜ੍ਹਾ ਜਿਹਾ ਸਕਿੰਗ ਪੈਸਟ ਦਾ ਵੀ ਇਹਦੇ 'ਤੇ ਸ਼ੁਰੂ ਦੇ ਵਿੱਚ ਹਮਲੇ ਹੁੰਦੇ ਆ। ਠੀਕ ਹੈ ਜੀ। ਅਤੇ ਤੀਸਰਾ ਸਾਡੇ ਕੋਲ ਜਿਹੜੀ ਆਊਟ ਆਫ ਮੈਨੇਜਮੈਂਟ ਕੰਮ ਹੋ ਜਾਂਦਾ, ਉਹ ਇਹ ਹੋ ਜਾਂਦਾ ਵੀ ਅਸੀਂ ਇਹਦੇ ਟਿਲਰ ਪੂਰੇ ਨਹੀਂ ਕਰ ਸਕਦੇ, ਇਹਦੀ ਸਟਿਕਸ ਪੂਰੀ ਨਹੀਂ ਹੁੰਦੀ। ਹਾਂਜੀ। ਅਗਰ ਕਿਸੇ ਖੇਤ ਦੇ ਵਿੱਚ ਅਸੀਂ 50,000 ਸਟਿਕ ਪੂਰੀ ਕਰ ਜਾਈਏ, ਹਾਂਜੀ, ਔਰ ਅਮੂਮੀ ਤੌਰ 'ਤੇ ਗੰਨਾ 1.25 ਕਿਲੋ ਤੋਂ 2.5 ਕਿਲੋ ਦੇ ਦਰਮਿਆਨ ਹੁੰਦਾ, ਜੀ, ਉਹਨੂੰ ਅਸੀਂ ਐਵਰੇਜਲੀ 1 ਕਿਲੋ 600 ਗ੍ਰਾਮ ਦਾ ਗੰਨਾ ਕੰਸੀਡਰ ਕਰਦੇ ਹਾਂ। ਜੀ। ਅਤੇ ਅਸੀਂ 1 ਕਿਲੋ 600 ਗ੍ਰਾਮ ਵੀ ਅੱਜ ਨਹੀਂ ਕਰ ਰਹੇ। 50 ਦਾ ਅਗਰ ਸਟਿਕ ਹੋਵੇ ਔਰ 800 ਗ੍ਰਾਮ ਦਾ ਗੰਨਾ ਹੋਵੇ, ਜੀ, ਤਾਂ ਅਸੀਂ ਆਰਾਮ ਨਾਲ ਇਹਦੇ ਤੋਂ 1200-1300 ਮਨ ਲੈ ਸਕਦੇ ਹਾਂ। ਅੱਛਾ ਜੀ। ਟਿਲਰਸ ਲੈਣ ਵਾਸਤੇ ਜ਼ਰੂਰੀ ਆ ਵੀ ਨਾਈਟ੍ਰੋਜਨ ਦਾ ਇਸਤੇਮਾਲ ਘੱਟ ਤੋਂ ਘੱਟ, ਜੀ, ਪਾਣੀ ਦਾ ਇਸਤੇਮਾਲ ਜ਼ਰੂਰਤ ਦੇ ਮੁਤਾਬਿਕ, ਜੀ, ਫਾਸਫੋਰਸ, ਆਇਰਨ, ਪੋਟਾਸ਼ੀਅਮ, ਜ਼ਿੰਕ ਔਰ ਮੈਗਨੀਸ਼ੀਅਮ, ਜੀ। ਇਹ 5 ਐਲੀਮੈਂਟ ਦੀ ਅਵੇਲੇਬਿਲਟੀ ਇਹਨੂੰ ਇਬਤਦਾਈ 55 ਦਿਨ ਤੱਕ, ਯਾਨੀ ਕਾਸ਼ਤ ਕਰਨ ਤੋਂ 55 ਦਿਨ ਤੱਕ, ਇਹ 3 ਮੁਖਤਲਿਫ ਡੋਜ਼ਾਂ ਦੇ ਵਿੱਚ ਇਹਨਾਂ ਐਲੀਮੈਂਟਸ ਨੂੰ ਮਿਲਾ ਕੇ ਇਸਤੇਮਾਲ ਕਰਨ। ਜੀ। ਇਹਦੀ ਅਵੇਲੇਬਿਲਟੀ ਅਗਰ ਰਹੇਗੀ, ਕਮਾਦ ਸਿਰਫ ਟਿਲਰਿੰਗ ਕਰੇਗਾ, ਜੀ। ਕੱਦ ਵਾਲੇ ਪਾਸੇ ਨਹੀਂ ਜਾਏਗਾ। ਜੀ। ਕੋਈ ਛੋਟੇ ਫਾਰਮਰ ਹੋਣ 1 ਏਕੜ 2 ਏਕੜ 3 ਏਕੜ ਦੇ, ਤਾਂ ਉਹ ਜਿਹੜਾ ਪਹਿਲਾ ਮਦਰ ਸ਼ੂਟ ਨਿਕਲਦਾ ਗੰਨੇ ਦੀ ਪੋਰੀ ਦੇ ਵਿੱਚੋਂ, ਹਾਂਜੀ, ਉਹਨੂੰ ਤੋੜ ਕੇ ਵੀ ਟਿਲਰ बढ़ा ਸਕਦੇ ਆ। ਅੱਛਾ ਜੀ। ਯਾਨੀ ਉਹ ਅਗਰ 2-3 ਇੰਚ 4 ਇੰਚ ਦਾ 5 ਇੰਚ ਦਾ ਹੋ ਗਿਆ, ਹਾਂਜੀ, ਤਾਂ ਉਹਨੂੰ ਟਿਲਰ ਨੂੰ ਜਿਹੜਾ ਹੈ ਦਾਤਰੀ ਨਾਲ ਵੱਢ ਲੈਣ, ਠੀਕ ਹੈ ਜੀ। ਸਿੰਗਲ ਮਦਰ ਸ਼ੂਟ ਨੂੰ। ਠੀਕ ਹੈ ਜੀ। ਉਹਨੂੰ ਵੱਢਣ ਨਾਲ ਥੱਲੋਂ ਉਹਦੇ ਬੱਚੇ ਵਗੈਰਾ ਜ਼ਿਆਦਾ ਨਿਕਲਣਗੇ, ਠੀਕ ਹੈ ਜੀ। ਉਹ ਤੁਹਾਡੀ ਤਾਦਾਦ ਪੂਰੀ ਹੋ ਜਾਏਗੀ। ਅਗਰ ਇਹ ਯਾਨੀ ਮਈ ਦੀ 5 ਤਾਰੀਖ ਤੱਕ ਤੁਸੀਂ ਆਪਣੀ ਕਰਾਪ ਦੇ ਸਿਰਫ ਟਿਲਰਸ ਦੇ ਉੱਤੇ ਤਵੱਜਾ ਦੇ ਲਓ, ਬਜਾਏ ਇਹਦੇ ਕੱਦ ਤੇ ਜੀ, ਜਾਂ ਇਹਦੇ ਥੱਲੇ ਗੰਨਾ ਬਣਾਉਣ ਤੇ ਜਾਂ ਪੋਰੀਆਂ ਬਣਾਉਣ ਤੇ ਜਾਂ ਇਹਨੂੰ ਸਪੀਡ ਲਾ ਕੇ ਚਲਾਉਣ ਦੀ ਬਜਾਏ ਜੀ, ਸਿਰਫ ਇਹਦੇ ਝਾੜ ਤੇ ਤਵੱਜਾ ਦੇ ਲਓ, ਜੀ, ਤਾਂ ਅੱਗੇ ਜਿਹੜਾ ਹੈ 5-6 ਮਹੀਨੇ ਹੈ ਇਹ ਆਰਾਮ ਦੇ ਨਾਲ ਰਿਕਵਰ ਹੋ ਜਾਂਦਾ। 8-9 ਫੁੱਟ ਦੀ ਸਟਿਕ ਵੀ ਇਹਦੇ ਜਿਹੜਾ ਹੈ ਤੁਹਾਨੂੰ ਬਹੁਤ ਅੱਛੇ ਪੈਸੇ ਦੇ ਜਾਂਦੀ ਹੈ। ਠੀਕ ਹੈ ਗਿਰਦਾ ਨਹੀਂ, ਉਹਦੇ ਵਿੱਚ ਛੋਟੀ ਸਟਿਕ ਹੋਵੇ, ਲੌਜਿੰਗ ਨਹੀਂ ਹੁੰਦੀ। ਜੀ। ਔਰ ਉੱਥੇ ਜਿਹੜਾ ਹੈ ਸਾਨੂੰ ਸਟਿਕਸ ਲੰਬੀ ਕਰਨੀ ਪੈਂਦੀ ਹੈ, ਲੌਜਿੰਗ ਵੀ 2-3 ਦਫਾ ਹੋ ਜਾਏ। ਅੱਛਾ, ਫਿਰ ਗਿਰਨ ਦੇ ਨਾਲ ਇੱਕ ਗੱਲ ਦਾ ਖਰਾਬ ਹੁੰਦਾ, ਹਾਂਜੀ, ਉਹਦੇ ਵਾਸਤੇ ਮੈਂ ਇੱਕ ਯਾਨੀ ਮੈਕੈਨਿਜ਼ਮ ਦਿੱਤਾ ਇੱਕ ਪ੍ਰੋਡਕਟ ਦੇ ਤੌਰ ਤੇ, ਉਹ ਸਿਲੀਕੋਨ, ਕੈਲਸ਼ੀਅਮ ਤੇ ਆਇਰਨ ਹੈ ਉਹਦੇ ਵਿੱਚ। ਜੀ। ਉਹ ਤੁਸੀਂ ਕਿਸੇ ਵੀ ਟਾਈਮ ਇਹਦੇ ਵਿੱਚ ਗੰਨੇ ਦੇ ਵਿੱਚ ਯਾਨੀ ਮਈ ਤੋਂ ਜੁਲਾਈ ਦੇ ਦਰਮਿਆਨ ਦੇ ਵਿੱਚ ਜਾਂ ਅਗਸਤ ਤੱਕ ਇਹਨੂੰ ਇਸਤੇਮਾਲ ਅਗਰ ਕਰਾ ਲਓ ਇੱਕ ਦਫਾ, ਤਾਂ ਗੰਨਾ ਅਗਰ ਤੁਹਾਡਾ ਗਿਰਿਆ ਵੀ ਹੋਏਗਾ ਤਾਂ ਉਹਨੂੰ ਕਿਸੇ ਕਿਸਮ ਦਾ ਗਲਾਉ ਛੜਾਓ ਜਾਂ ਉਹ ਰੂਟ ਦੀ ਬਿਮਾਰੀ ਨਹੀਂ ਪਏਗੀ। ਠੀਕ ਹੈ। ਔਰ 7ਵੇਂ ਮਹੀਨੇ ਜਿਹੜਾ ਖੜਾ ਗੰਨਾ ਸੜਦਾ, ਉਹਦੇ ਵਿੱਚ 1 ਕਿਲੋ ਸਿਰਫ ਕਾਪਰ ਸਲਫੇਟ ਅਗਰ ਪਾ ਲਿਆ ਜਾਏ ਤਾਂ ਉਹ ਤਿਆਰ ਗੰਨਾ ਤੁਹਾਡਾ
ਸੜੇਗਾ ਨਹੀਂ। ਜੁਲਾਈ 'ਚ? ਹਾਂ ਜੁਲਾਈ ਦੇ ਵਿੱਚ। ਅੱਛਾ ਜੀ। ਜੁਲਾਈ ਦੇ ਉਸ ਤੋਂ ਪਹਿਲੇ ਨਹੀਂ ਇਹਨੂੰ ਇਸਤੇਮਾਲ ਕਰਨਾ, ਇਹ ਮੈਚੋਰਿਟੀ ਦਾ ਆਈਟਮ ਹੈ। ਹਾਂਜੀ। ਅੱਛਾ, ਗੰਨੇ ਦਾ ਬਾਹਰ ਜਿਹੜਾ ਪੋਰੀ ਦੇ ਬਾਹਰ ਛਿਲਕਾ ਬਣਦਾ ਨਾ, ਇਹ ਵੀ ਸਿਲੀਕੌਨ ਦਾ ਬਣਦਾ, ਯਾਨੀ ਇਹ ਰੇਤ ਦੇ ਨਾਲ ਤਿਆਰ ਹੁੰਦਾ। ਠੀਕ ਹੈ ਜੀ। ਉਹ ਸਿਲੀਕੌਨ ਉਹਨੂੰ ਦੇਣ ਦੇ ਨਾਲ ਉਹਦੀ ਸਪੀਡ ਵੀ ਵੱਧ ਜਾਂਦੀ ਹੈ, ਵੈਜੀਟੇਟਿਵ ਗਰੋਥ ਵੀ ਉਹਦੀ ਵੱਧ ਜਾਂਦੀ ਹੈ। ਫਿਰ ਇਸ ਸਾਲ ਤੋਂ ਔਰ ਪਿਛਲੇ ਸਾਲ, ਇਹ 2 ਸਾਲ 'ਚ ਅਸੀਂ ਜਿੰਨਾ ਖੇਤਾਂ 'ਚ ਪਾਇਆ, ਉੱਥੇ ਕੋਰੇ ਨਾਲ ਸਰਦੀ ਨਾਲ ਇਹਦੇ ਉੱਤੇ ਗਾਚੇ ਵੀ ਜਿਹੜਾ ਹੈ ਉਹ ਨਹੀਂ ਸੁੱਕੇ, ਪੀਲੇ ਵੀ ਨਹੀਂ ਹੋਏ, ਹਰੇ ਦੇ ਹਰੇ ਆ, ਪੂਰੇ ਬੇਹਤਰੀਨ ਫਿੱਟ ਆ। ਔਰ ਰੈੱਡ ਰੌਟ ਵੀ ਇਹਨਾਂ ਤੇ ਨਹੀਂ ਆਈ ਇਸ ਮੈਥਡ ਦੇ ਵਿੱਚ। ਠੀਕ ਹੈ। ਔਰ ਆਇਰਨ ਅਗਰ ਥੋੜਾ ਜਿਹਾ ਜਿਹੜੇ ਖੇਤ ਦੀ ਜ਼ਰੂਰਤ ਦੇ ਮੁਤਾਬਿਕ, ਯਾਨੀ ਟੌਕਸਿਕ ਵੀ ਨਾ ਹੋ ਜਾਏ, ਨੁਕਸਾਨ ਦੇ ਹੱਦ ਤੇ ਵੀ ਨਾ ਚਲਾ ਜਾਏ, ਖੇਤ 'ਚ ਅਗਰ ਪਾ ਲਿਆ ਜਾਏ ਤਾਂ ਇਹ ਕਾਰਬਨ ਰਿਲੀਜ਼ ਕਰਦਾ। ਠੀਕ ਹੈ ਕਾਰਬਨ ਰਿਲੀਜ਼ ਕਰਨ ਨਾਲ ਆਕਸੀਜਨ ਦੀ ਅਵੇਲੇਬਿਲਿਟੀ ਉਸ ਖੇਤ 'ਚ ਘਟ ਜਾਂਦੀ ਹੈ। ਜੀ। ਉਹਦੀ ਵਜ੍ਹਾ ਤੋਂ ਚੂਹੇ ਔਰ ਦੀਗਰ ਜਾਨਦਾਰ ਜਾਂ ਹਸ਼ਰਾਤ ਐਸੇ ਜਿਹੜੇ ਕਿ ਆਕਸੀਜਨ ਦੇ ਨਾਲ ਸਾਂਸ ਲੈਂਦੇ ਆ, ਹਾਂਜੀ। ਉਹਨਾਂ ਨੂੰ ਪ੍ਰੋਬਲਮ ਬਣਦੀ ਆ। ਉਹ ਆਟੋਮੈਟਿਕਲੀ ਉਸ ਖੇਤ ਤੋਂ ਚਲੇ ਜਾਂਦੇ ਆ, ਉੱਥੇ ਦਵਾਈ ਜਾਂ ਪੈਸਟੀਸਾਈਡ ਸਾਨੂੰ ਇਸਤੇਮਾਲ ਨਹੀਂ ਕਰਨੀ ਪੈਂਦੀ। ਠੀਕ ਹੈ ਜੀ। ਯਾਨੀ ਇਸ ਤਰ੍ਹਾਂ ਦੇ ਕਈ ਸਾਰੇ ਯਾਨੀ ਰੂਟੀਨ ਤੋਂ ਹਟ ਕੇ ਉਹ ਟਰਾਇਲ ਤਜਰਬਾਤ ਸਾਡੇ ਇੱਥੇ ਪਾਕਿਸਤਾਨ ਦੇ ਮੁਕੰਮਲ ਹੋ ਚੁੱਕੇ ਆ। ਹਾਂਜੀ। ਔਰ ਇਹ ਸਭ ਯਾਨੀ ਅਸੀਂ ਪਹਿਲੀ ਦਫਾ ਦਿੱਤਾ ਕ੍ਰਾਪ ਸਟੇਜ ਵਾਈਜ਼ ਮਟੀਰੀਅਲ ਇਸਤੇਮਾਲ ਦਾ, ਫਰਟੀਲਾਈਜ਼ਰ ਦੇ ਇਸਤੇਮਾਲ ਦਾ ਕ੍ਰਾਪ ਸਟੇਜ ਵਾਈਜ਼, ਹਾਂਜੀ। ਔਰ ਫਿਰ ਰੂਟੀਨ ਤੋਂ ਹਟ ਕੇ ਜਿਹੜੇ ਮਟੀਰੀਅਲ ਅਸੀਂ ਦਿੱਤੇ ਆ ਉਹ ਸਾਡੀ ਫਸਲ ਦੀ ਜ਼ਰੂਰਤ ਦੇ ਮੁਤਾਬਿਕ ਆ। ਅਗਰ ਕੋਈ ਫਾਰਮਰ ਉਹਨੂੰ ਇਸਤੇਮਾਲ ਕਰਕੇ ਚਲਾ ਲਵੇ ਜੀ। ਤਾਂ ਉਹਦੇ ਲਾਸਿਸ ਔਰ ਉਹਦੇ ਖਰਚੇ ਜੀ। ਇਹ ਘਟਣਗੇ, ਵਧਣਗੇ ਨਹੀਂ, ਉਹਦੀ ਪ੍ਰੋਡਕਸ਼ਨ ਵਧੇਗੀ। ਠੀਕ ਹੈ ਜੀ। ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਹੱਸਦੇ ਰਹੋ ਤੇ ਬਸਦੇ ਰਹੋ, ਸ਼ਾਦ ਰਹੋ ਤੇ ਆਬਾਦ ਰਹੋ।